ਸਤਿ ਸ਼੍ਰੀ ਅਕਾਲ ਜੀ। ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ। ਅੱਜ ਦੇ ਮਹਿੰਗਾਈ ਦੇ ਸਮੇਂ ਦੇ ਵਿੱਚ ਇੱਕ ਗਰੀਬ ਦੇ ਲਈ ਦੋ ਵਕਤ ਦਾ ਗੁਜ਼ਾਰਾ ਕਰਨਾ ਹੀ ਬਹੁਤ ਮੁਸ਼ਕਲ ਹੁੰਦਾ ਹੈ ਤੇ ਅਜਿਹੇ ਦੇ ਵਿੱਚ ਕਈ ਵਾਰੀ ਗਰੀਬ ਦਾ ਘਰ ਬਣਾਉਣ ਦਾ ਸੁਪਨਾ ਜਿਹੜਾ ਹੈ ਉਹ ਅਧੂਰਾ ਹੀ ਰਹਿ ਜਾਂਦਾ ਹੈ। ਅੱਜ ਅਸੀਂ ਜਿਸ ਸ਼ਖਸੀਅਤ ਨਾਲ ਆਪ ਜੀ ਦੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਉਹ ਗਰੀਬਾਂ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਮੇਰੀ ਮੁਰਾਦ ਬਾਬਾ ਜਸਦੀਪ ਸਿੰਘ ਜੀ ਜਗਾਦਰੀ ਵਾਲੇ, ਜਿਨ੍ਹਾਂ ਨੇ ਕਿ ਗੁਰੂ ਕਿਰਪਾ ਨਿਵਾਸ ਸੇਵਾ ਦੇ ਰਾਹੀਂ ਲੋੜਵੰਦ ਪਰਿਵਾਰਾਂ ਨੂੰ ਘਰ ਉਸਾਰ ਕੇ ਦੇਣ ਦਾ ਬੀੜਾ ਚੁੱਕਿਆ ਹੋਇਆ ਹੈ। ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਵਾਗਤ ਹੈ ਬਾਬਾ ਜੀ ਆਪ ਜੀ ਦਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਜੇ ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਇਹੀ ਪੁੱਛੀਏ ਕਿ ਤੁਹਾਡੇ ਮਨ ਵਿੱਚ ਇਹ ਫੁਰਨਾ ਆਇਆ ਕਿਵੇਂ, ਕਿਉਂਕਿ ਅੱਜ ਦੇ ਸਮੇਂ ਵਿੱਚ ਹਰ ਇੱਕ ਮਨੁੱਖ ਜਿਹੜਾ ਹੈ ਉਹ ਆਪਣੇ ਪਰਿਵਾਰ ਤੱਕ ਸੀਮਿਤ ਹੋ ਕੇ ਰਹਿ ਜਾਂਦਾ ਹੈ, ਜਾਂ ਬਹੁਤੀ ਵਾਰੀ ਜਿਹੜੇ ਸੰਤ ਮਹਾਂਪੁਰਸ਼ ਵੀ ਨੇ ਆਪਣੇ ਡੇਰੇ ਤੱਕ ਸੀਮਿਤ ਹੋ ਕੇ ਰਹਿ ਜਾਂਦੇ ਨੇ, ਪਰ ਸਮਾਜ ਵਿੱਚ ਲੋੜਵੰਦਾਂ ਦੀ ਮਦਦ ਕਰਨ ਦਾ ਸੰਕਲਪ ਤੁਹਾਡੇ ਮਨ ਵਿੱਚ ਕਿਵੇਂ ਆਇਆ? ਇਹ ਜੀ ਤਕਰੀਬਨ 2-3 ਸਾਲ ਪਹਿਲਾਂ ਦੀ ਗੱਲ ਹੈ ਕਿ ਇੱਕ ਪਰਿਵਾਰ ਸਾਡੇ ਜਗਾਦਰੀ ਯਮੁਨਾ ਨਗਰ ਦੇ ਵਿੱਚ ਹੀ ਸ਼ਹਿਰ ਪੈਂਦਾ, ਜਿਹੜਾ ਉਹਦੇ ਵਿੱਚ ਮਹੱਲਾ ਹੈਗਾ ITI ਦੇ ਨਾਲ ਕੰਸਾਪੁਰ ਜੀ। ਉੱਥੇ ਇੱਕ ਅੰਮ੍ਰਿਤਧਾਰੀ ਪਰਿਵਾਰ ਬਾਰੇ ਸਾਨੂੰ ਜਾਣਕਾਰੀ ਕਿਸੇ ਨੇ ਦਿੱਤੀ ਕਿ ਵੀ ਉਸ ਪਰਿਵਾਰ ਨੂੰ ਕਿਸੇ ਗੈਰ ਧਰਮ ਦੇ ਜਿਹੜੇ ਪ੍ਰਚਾਰਕ ਨੇ ਉਹਨਾਂ ਨੇ ਆਫਰ ਕੀਤਾ ਵੀ ਤੁਸੀਂ ਸਾਡੇ ਵਿੱਚ ਰਲ ਜਾਓ, ਅਸੀਂ ਤੁਹਾਡੀ ਮਦਦ ਕਰਦੇ ਹਾਂ ਜੀ। ਤੇ ਉਹਨਾਂ ਵਾਸਤੇ ਬੜਾ ਔਖਾ ਉਹਨਾਂ ਨੂੰ ਲੱਗਿਆ ਕਿ ਵੀ ਕਿੱਦਾਂ ਅਸੀਂ ਆਪਣੀ ਸਿੱਖੀ ਨੂੰ ਛੱਡੀਏ, ਕਿੱਦਾਂ ਅਸੀਂ ਗੁਰੂ ਸਾਹਿਬ ਤੋਂ ਮੂੰਹ ਮੋੜ ਕੇ ਫੇਰ ਹੀ ਉਸ ਪਾਸੇ ਜਾਵਾਂਗੇ ਨਾ ਜੀ। ਉਹਨਾਂ ਨੇ ਉਹ ਚੀਜ਼ ਨੂੰ ਸਵੀਕਾਰ ਨਹੀਂ ਕੀਤਾ ਤੇ ਉਹਨਾਂ ਦੀ ਆਫਰ ਨੂੰ ਠੁਕਰਾਇਆ। ਫਿਰ ਵੀ ਉਹ ਅੰਮ੍ਰਿਤਧਾਰੀ ਪਰਿਵਾਰ ਜਿਹੜਾ ਹੈ 4 ਸਾਲ ਜਿਹੜਾ ਹੈ ਗਰੀਬੀ ਦਾਵੇ ਦੇ ਵਿੱਚ ਉਹ ਜ਼ਿੰਦਗੀ ਬਤੀਤ ਕਰਦੇ ਰਹੇ ਜੀ। ਕਿਸੇ ਨੇ ਦੱਸਿਆ ਤੇ ਅਸੀਂ ਫਿਰ ਉਸ ਪਰਿਵਾਰ ਦੇ ਵਿੱਚ ਨੈਕਸਟ ਡੇ ਪਹੁੰਚੇ। ਸੋਚਿਆ ਕਿ ਚੱਲ ਥੋੜੀ ਬਹੁਤ ਕੋਈ ਮਦਦ ਕੀਤੀ ਜਾਵੇ। ਜਦੋਂ ਘਰ 'ਚ ਪਹੁੰਚੇ, ਘਰ ਦੇ ਹਾਲਾਤ ਦੇਖੇ, ਬੜਾ ਦੁੱਖ ਲੱਗਿਆ। ਹਾਲਾਂਕਿ ਜਗ੍ਹਾ ਥੋੜੀ ਸੀ ਉਹਨਾਂ ਕੋਲ ਜੀ, ਪਰ ਜਿੰਨੀ ਕੁ ਸੀ ਉਹ ਉਨੀ ਬੇਤਰਤੀਬੀ ਔਰ ਘਰ ਦੇ ਵਿੱਚ ਜਿਹੜਾ ਹੈ ਕਿਸੇ ਕਿਸਮ ਦਾ ਵੀ ਸੁੱਖ ਸਾਧਨ ਨਹੀਂ। ਬੜਾ ਇੱਕ ਨਰਕ ਭਰੀ ਜ਼ਿੰਦਗੀ ਉਹ ਬਤੀਤ ਕਰ ਰਹੇ ਸੀ। ਪਰ ਮੈਨੂੰ ਬੜੀ ਖੁਸ਼ੀ ਹੋਈ ਉਹਨਾਂ ਵੱਲ ਦੇਖ ਕੇ ਕਿ ਸਾਰਾ ਅੰਮ੍ਰਿਤਧਾਰੀ ਪਰਿਵਾਰ ਇਸ ਗਰੀਬੀ ਵਿੱਚ ਵੀ ਕਾਇਮ ਖੜਾ, ਜੋ ਕਿ ਅੱਜ ਦੇ ਸਮੇਂ 'ਚ ਇਹੋ ਜਿਹੇ ਪਰਿਵਾਰ ਮਿਲਣੇ ਮੁਸ਼ਕਿਲ ਨੇ ਜੀ। ਪੰਜਾਬ ਦੇ ਵਿੱਚ ਤੁਸੀਂ ਹਾਲਾਤ ਦੇਖਦੇ ਪਏ ਹੋ ਕਿੱਦਾਂ ਦੇ ਨੇ ਕਿ ਥੋੜ੍ਹੇ ਲਾਲਚ ਪਿੱਛੇ ਲੋਕ ਆਪਣੇ ਦੀਨ ਧਰਮ ਨੂੰ ਛੱਡ ਕੇ, ਸਾਡੀ ਕੌਮ ਜਿਹੜੀ ਹੈ ਉਹ ਕੁਰਬਾਨੀਆਂ ਦੇਣ ਵਾਲੀ ਕੌਮ ਸੀ। ਸਾਡੀ ਕੌਮ ਨੇ ਸਿੱਖੀ ਵਾਸਤੇ ਸਮੁੱਚਾ ਖਾਨਦਾਨ ਤੱਕ ਐਸੇ ਪਰਿਵਾਰ ਨੇ ਜਿਨ੍ਹਾਂ ਨੇ ਕੁਰਬਾਨ ਕਰ ਦਿੱਤੇ ਜੀ, ਲੇਕਿਨ ਕੇਸ ਕਤਲ ਨਹੀਂ ਕਰਾਏ, ਸਿੱਖੀ ਨਹੀਂ ਛੱਡੀ। ਪਰ ਇਹੋ ਜਿਹੇ ਅੱਜ ਦੇ ਭੌਤਿਕ ਯੁੱਗ ਵਿੱਚ ਪਰਿਵਾਰ ਮਿਲਣੇ ਬੜੇ ਮੁਸ਼ਕਿਲ ਨੇ। ਉਹ ਪਰਿਵਾਰ ਨੂੰ ਦੇਖ ਕੇ ਮਨ 'ਚ ਪ੍ਰੇਰਨਾ ਆਈ ਕਿ ਥੋੜ੍ਹੀ ਬਹੁਤ ਮਦਦ ਨਹੀਂ, ਇਹਨਾਂ ਦਾ ਜਿਹੜਾ ਜਿੰਨਾ ਕੁ ਘਰ ਹੈ ਉਹ ਸਾਰਾ ਰੈਨੋਵੇਟ ਕਰਾ ਕੇ ਦਿੱਤਾ ਜਾਵੇ ਜੀ। ਉਸ ਪਰਿਵਾਰ ਨੂੰ ਫਿਰ ਬੇਨਤੀ ਕੀਤੀ ਗਈ ਕਿ 2 ਮਹੀਨੇ ਵਾਸਤੇ ਤੁਸੀਂ ਮਕਾਨ ਖਾਲੀ ਕਰੋ, ਕਿਰਾਇਆ ਵੀ ਤੁਹਾਨੂੰ ਅਸੀਂ ਦਿੰਦੇ ਹਾਂ ਜੀ, ਤੇ ਘਰ ਸਾਰਾ ਰੈਨੋਵੇਟ ਕਰਕੇ ਦਿੱਤਾ ਜਾਵੇ। ਉਹ ਚੀਜ਼ ਜਿਹੜੀ ਹੈ ਜਿਨ੍ਹਾਂ ਨਾਲ ਕਿੰਨੇ ਸਮਾਂ ਪਹਿਲਾਂ ਦੀ ਗੱਲ ਦੱਸ ਰਹੇ ਹੋ ਜੀ? ਇਹ 2 ਸਾਲ ਤਕਰੀਬਨ ਇਸ ਗੱਲ ਨੂੰ ਹੋ ਗਏ। ਹਾਂਜੀ 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 ਜੀ। ਤੇ ਉਹ ਇਲਾਕੇ ਦੇ ਸਾਰੀ ਸੰਗਤਾਂ ਨੂੰ ਜਦੋਂ ਪਤਾ ਲੱਗਿਆ ਵੀ ਇਹ ਇੱਕ ਮੁਹਿੰਮ ਜਾਂ ਇੱਕ ਸੇਵਾ ਸ਼ੁਰੂ ਕੀਤੀ ਹੈ ਤੇ ਸਭ ਨੇ ਮਦਦ ਕੀਤੀ, ਨਾਲ ਸਹਿਯੋਗ ਕੀਤਾ ਬਿਲਕੁਲ। ਔਰ ਉਸ ਪਰਿਵਾਰ ਨੂੰ ਇੱਕ ਵੈਲ ਫਰਨਿਸ਼ਡ ਘਰ ਜਿਹੜਾ ਹੈ, ਸਾਰਾ ਸਮਾਨ ਵੀ ਨਾਲ ਦਿੱਤਾ ਗਿਆ ਔਰ ਇੱਕ ਮਿਡਲ ਕਲਾਸ ਲਾਈਫ ਮੁਹੱਈਆ ਕਰਾਈ ਗਈ। ਔਰ ਉਹ 2 ਮਹੀਨੇ 'ਚ ਸੇਵਾ ਮੁਕੰਮਲ ਕਰਕੇ ਜਦੋਂ ਹੋਰ ਜਿਹੜੇ ਕਾਰਜ ਨੇ ਉਹਨਾਂ 'ਚ ਅਸੀਂ ਲੋਕ ਸਭ ਬਿਜੀ ਹੋ ਗਏ, ਜਿਹੜੀਆਂ ਸੇਵਾਵਾਂ ਬਾਕੀ ਚੱਲ ਰਹੀਆਂ ਸਨ। ਤੇ ਬਾਅਦ ਦੇ ਵਿੱਚ ਫਿਰ ਮਹੀਨੇ 2 ਮਹੀਨੇ ਮਗਰੋਂ ਜਿਹੜੀਆਂ ਸੰਗਤਾਂ ਨਾਲ ਜਿਨ੍ਹਾਂ ਨੇ ਸਹਿਯੋਗ ਕੀਤਾ, ਕੰਟਰੀਬਿਊਟ ਕੀਤਾ, ਉਹ ਸਾਰੇ ਕਹਿਣ ਲੱਗੇ ਕਿ ਵੀ ਨਹੀਂ, ਆਪਾਂ ਇਸੇ ਸੇਵਾ ਨੂੰ ਆਪਾਂ ਅੱਗੇ ਵਧਾਈਏ। ਵੀ ਗੁਰਦੁਆਰੇ, ਧਾਰਮਿਕ ਸਥਾਨ, ਮੰਦਿਰ ਇਹ ਤਾਂ ਬਹੁਤ ਬਣ ਚੁੱਕੇ ਨੇ ਬਿਲਕੁਲ ਜੀ, ਜ਼ਰੂਰਤ ਤੋਂ ਜ਼ਿਆਦਾ ਬਿਲਡਿੰਗਾਂ ਹੋ ਚੁੱਕੀਆਂ ਨੇ ਜੀ। ਵੀ ਕਿਉਂ ਨਾ ਅਸੀਂ ਆਪਣੇ ਦਸਵੰਧ ਨੂੰ ਲੋੜਵੰਦ ਪਰਿਵਾਰ ਤੱਕ ਪਹੁੰਚਾਈਏ ਕਿ ਜਿਵੇਂ ਗੁਰੂ ਸਾਹਿਬ ਦਾ ਹੁਕਮ ਹੈ, ਗਰੀਬ ਦਾ ਮੂੰਹ ਗੁਰੂ ਦੀ ਗੋਲਕ। ਬਿਲਕੁਲ ਜੀ, ਸਾਡੇ ਗੁਰੂ ਸਾਹਿਬਾਨਾਂ ਨੇ ਤਾਂ ਗਰੀਬ ਦੀ ਮਦਦ ਕਰਨ ਨੂੰ ਤਰਜੀਹ ਦਿੱਤੀ ਸੀ। ਪਰ ਅੱਜ ਅਸੀਂ ਜਿਹੜਾ ਕਿਤੇ ਨਾ ਕਿਤੇ ਪੁਰਾਣੇ ਢਾਂਚੇ ਵੱਲ, ਜਿਹੜਾ ਪੁਜਾਰੀ ਢਾਂਚਾ ਹੁੰਦਾ ਸੀ, ਉਧਰ ਅਸੀਂ ਰੂਪਾਂਤਰਨ ਅਸੀਂ ਉਸੇ ਵੱਲ ਚੱਲ ਰਹੇ ਹਾਂ ਕਿ ਵੀ ਅਸੀਂ ਜ਼ਿਆਦਾ ਤੋਂ ਜ਼ਿਆਦਾ ਇਮਾਰਤਾਂ ਬਣਾ ਦਈਏ, ਫਿਰ ਜਿਹੜੇ ਬਣ ਗਈਆਂ ਉਹਨੂੰ ਰੈਨੋਵੇਟ ਕਰ ਲਈਏ ਬਿਲਕੁਲ ਹਾਂਜੀ। ਤੇ ਉਹ ਇਮਾਰਤਾਂ ਪੱਕੀਆਂ ਹੁੰਦੀਆਂ ਚਲੀ ਗਈਆਂ, ਆਸਥਾ ਤੇ ਸ਼ਰਧਾ ਜਿਹੜੀ ਉਹ ਕੱਚੀ ਹੁੰਦੀ ਚਲੀ ਗਈ ਜੀ ਬਿਲਕੁਲ। ਤੇ ਉਸ ਪਰਿਵਾਰ ਦੀ ਉਹ ਸੇਵਾ ਤੋਂ ਬਾਅਦ ਸਮਾਜ ਨੂੰ ਅੱਛਾ ਲੱਗਿਆ, ਉਹਨਾਂ ਨੇ ਫਿਰ ਪ੍ਰੇਰਿਆ। ਇੱਕ ਹੋਰ ਵਿਡੋ ਭੈਣ ਸੀ, ਉਹਦੇ ਘਰ ਦੀ ਸੇਵਾ ਸ਼ੁਰੂ ਕੀਤੀ। ਉਹ ਵੀ ਇੱਕ ਰੈਨੋਵੇਸ਼ਨ ਦੀ ਸੇਵਾ ਸੀ। ਖੰਡਰ ਵਰਗੇ ਹਾਲਤ ਵਿੱਚ ਉਹ ਰਹਿ ਰਹੇ ਸਨ। ਔਰ ਮੈਂ ਇੱਕ ਗੱਲ ਇਹ ਦੇਖੀ ਕਿ ਜਿਹੜਾ ਪਰਿਵਾਰ ਇਹੋ ਜਿਹੇ ਹਾਲਾਤਾਂ ਵਿੱਚ ਰਹਿੰਦਾ, ਉਹਨਾਂ ਦੇ ਜਿਹੜੇ ਬੱਚੇ ਨੇ ਨਾ ਜੀ,
ਉਹਨਾਂ ਬੱਚਿਆਂ ਦੇ ਵਿਆਹ ਕਾਰਜਾਂ ਦਾ ਵੀ ਬੜਾ ਔਖਾ ਹੋ ਜਾਂਦਾ, ਕਿਉਂਕਿ ਸਾਡੇ ਤਜਰਬੇ 'ਚ ਚੀਜ਼ ਆਈ। ਬਿਲਕੁਲ, ਜੇ ਅੱਜ ਕੱਲ ਜਿਹੜਾ ਘਰ ਪਹਿਲਾਂ ਦੇਖਿਆ ਜਾਂਦਾ ਹਾਂਜੀ ਲੋਕ ਰਿਸ਼ਤਾ ਕਰਨ ਲੱਗੇ ਦੇਖਦੇ ਨੇ ਕਿ ਯਾਰ ਇਹਨਾਂ ਦਾ ਘਰ ਕਿਹੋ ਜਿਹਾ ਹੈ, ਜਿੱਥੇ ਜਾਵਾਂਗੇ ਬੈਠਾਂਗੇ ਉਹ ਸਥਿਤੀ ਕਿਹੋ ਜੀ ਹੈ। ਤਾਂ ਬੱਚੇ ਭਾਵੇਂ ਕਾਬਲ ਹੋਣ, ਪੜ੍ਹੇ ਲਿਖੇ ਹੋਣ, ਸਾਰੀਆਂ ਚੀਜ਼ਾਂ ਹੋਣ, ਪਰ ਅਗਰ ਕੋਈ ਚੱਜ ਦਾ ਕਾਰੋਬਾਰ ਨਹੀਂ, ਨੌਕਰੀ ਨਹੀਂ, ਜਾਂ ਘਰ ਬੂਆ ਚੱਜ ਦਾ ਨਹੀਂ, ਤਾਂ ਉਹ ਰਿਸ਼ਤੇ ਕਰਨ 'ਚ ਬੜੀ ਦਿੱਕਤ ਆਉਂਦੀ ਹੈ। ਕਿਉਂਕਿ ਜਿਹੜਾ ਸੈਕਿੰਡ ਸੇਵਾ ਅਸੀਂ ਨਿਭਾਈ, ਉਸ ਪਰਿਵਾਰ ਦੇ ਵਿੱਚ ਬੱਚੀ ਪੜ੍ਹੀ ਲਿਖੀ, ਕਾਬਲ, ਸੁਸ਼ੀਲ, ਸਾਰੀਆਂ ਗੱਲਾਂ, ਲੇਕਿਨ ਉਹ ਘਰ ਦੀ ਹਾਲਤ ਮਾੜੀ ਹੋਣ ਕਰਕੇ ਉਹ ਬੜਾ ਔਖਾ ਸੀ। ਜਦੋਂ ਉਹ ਸੇਵਾ ਮੁਕੰਮਲ ਕੀਤੀ, 3 ਮਹੀਨੇ ਉਸ ਸੇਵਾ ਨੂੰ ਲੱਗੇ, ਉਹ ਜਗ੍ਹਾ ਜ਼ਿਆਦਾ ਸੀ, ਤਾਂ ਉਹ ਬੱਚੀ ਦਾ ਕਾਰਜ ਵੀ ਜਿਹੜਾ ਹੈ ਆਪਣੇ ਆਪ ਲੋਕ ਚੱਲ ਕੇ ਆਉਣ ਲੱਗ ਪਏ ਕਿ ਵੀ ਚਲੋ ਸਥਿਤੀ ਘਰ ਦੀ ਜਿਹੜੀ ਹੈ ਉਹ ਬਦਲੀ, ਤਾਂ ਸਾਰਾ ਕੁਝ ਬਦਲਿਆ ਜੀ। ਇਸ ਤੋਂ ਬਾਅਦ ਫਿਰ ਇੱਕ ਤੋਂ ਬਾਅਦ ਇੱਕ ਜਿਹੜੀ ਇੱਕ ਸਿਲਸਿਲਾ ਚੱਲ ਗਿਆ। ਅੱਜ ਤਕਰੀਬਨ 10 ਘਰਾਂ ਦੀ ਸੇਵਾ ਜਿਹੜੀ ਹੈ, ਜਿਹਦੇ 'ਚ 2 ਪੰਜਾਬ 'ਚ ਨੇ ਜੀ, ਇੱਕ ਯੂਪੀ ਜ਼ਿਲ੍ਹਾ ਮੇਰਠ ਸ਼ਹਿਰ ਹਸਤਨਾਪੁਰ 'ਚ, ਤੇ ਬਾਕੀ ਸਾਰੀਆਂ ਸਾਡੇ ਇਲਾਕੇ 'ਚ ਹਰਿਆਣੇ 'ਚ ਇਹ ਸੇਵਾਵਾਂ ਚੱਲ ਰਹੀਆਂ ਨੇ ਜੀ। ਤੁਸੀਂ ਜਿਵੇਂ ਆਪ ਹੀ ਕਹਿ ਦਿੱਤਾ ਕਿ ਸਿਲਸਿਲਾ ਲਗਾਤਾਰ ਚੱਲਦਾ ਰਿਹਾ, ਪਰ ਹੁਣ ਜੇ ਇੱਕ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਜਿਹੜੇ ਵੀ ਲੋੜਵੰਦ ਨੇ, ਕਿ ਉਹ ਤੁਹਾਡੇ ਤੱਕ ਅਪਰੋਚ ਕਰਦੇ ਨੇ, ਜਾਂ ਤੁਸੀਂ ਆਪ ਦੇਖਦੇ ਹੋ ਵਿਚਰ ਕੇ, ਜਾਂ ਤੁਹਾਨੂੰ ਕਿਤੋਂ ਇਨਫੋਰਮੇਸ਼ਨ ਮਿਲਦੀ ਹੈ ਕਿ ਫਲਾਣਾ ਪਰਿਵਾਰ ਜਿਹੜਾ ਲੋੜਵੰਦ ਹੈ ਉਸਨੂੰ ਘਰ ਬਣਾ ਕੇ ਦਿੱਤਾ ਜਾਵੇ? ਹਾਂਜੀ ਆਪ ਹੀ ਕੋਈ ਨਾ ਕੋਈ ਜਿਹੜਾ ਪਰਿਵਾਰ ਨੇ ਕਿਸੇ ਨਾ ਕਿਸੇ ਨੂੰ ਜਰੀਆ ਬਣਾ ਕੇ ਉਹ ਪਹੁੰਚਦੇ ਨੇ ਤੇ ਉਹ ਫਿਰ ਉਸ ਪਰਿਵਾਰ ਦੀ ਵੈਰੀਫਿਕੇਸ਼ਨ ਹੁੰਦੀ ਹੈ ਕਿ ਹਾਂ ਵਾਕਈ ਲੋੜਵੰਦ ਪਰਿਵਾਰ ਹੈ, ਇਹਨਾਂ ਦੀ ਸਥਿਤੀ। ਉਹ ਪਿੰਡ ਦੀ ਜਿਹੜੀ ਕਮੇਟੀ ਹੈ ਉਹ ਜਿਹੜੀ ਹੈ ਵੈਰੀਫਿਕੇਸ਼ਨ ਕਰ ਦਿੰਦੀ ਹੈ, ਜਾਂ ਸਰਪੰਚ ਹੈ, ਜਾਂ ਆਪਣੇ ਸੋਰਸਾਂ ਦੇ ਰਾਹੀਂ ਉਹਨੂੰ ਕਰਕੇ, ਤੇ ਬਾਕੀ ਘਰ 'ਚ ਪਰਸਨਲੀ ਵੀ ਵਿਜ਼ਿਟ ਕਰੀਦਾ, ਉਹ ਦੇਖ ਕੇ ਜਾ ਕੇ ਪਤਾ ਲੱਗ ਜਾਂਦਾ ਜੀ। ਤੇ ਪਰਿਵਾਰ ਤਕਰੀਬਨ ਆਪ ਹੀ ਪਹੁੰਚਦੇ ਨੇ। ਮੈਂ ਇੱਥੇ ਕਿ ਵੀ ਬੇਨਤੀ ਕਰਾਂ ਕਿ ਇੱਕ ਇਨਸਾਨ ਦੀ ਜਾਂ ਕੋਈ ਵੀ ਸੰਸਥਾ ਹੈ, ਉਹਦੀ ਇੱਕ ਲਿਮਿਟ ਹੁੰਦੀ ਹੈ। ਬਿਲਕੁਲ, ਕਿ ਜੇ ਇੱਕ ਇਨਸਾਨ ਆਪਣੇ ਸਿਰ ਤੇ 1 ਬੋਰੀ ਰੱਖ ਸਕਦਾ ਤੇ ਉਹ ਇੱਕੋ ਹੀ ਰੱਖ ਸਕਦਾ, 10 ਬੋਰੀਆਂ ਨਹੀਂ ਰੱਖ ਸਕਦਾ ਆਪਣੇ ਸਿਰ ਤੇ, ਇੰਨਾ ਵਜ਼ਨ ਨਹੀਂ ਚੁੱਕ ਸਕਦਾ। ਹੁਣ ਜਦੋਂ ਦਾ ਪੰਜਾਬ ਦੇ ਵਿੱਚ ਸੇਵਾਵਾਂ ਸ਼ੁਰੂ ਹੋਈਆਂ ਨੇ, 2 ਸੇਵਾਵਾਂ ਜਿਹੜੀਆਂ ਚੱਲ ਰਹੀਆਂ ਨੇ, ਉਸ ਦੀ ਜਦੋਂ ਚਰਚਾ ਸਮਾਜ ਵਿੱਚ ਹੋਈ ਹੈ, ਤੇ ਤਕਰੀਬਨ ਰੋਜ਼ 20-50 ਕਾਲਸ ਐਸੀਆਂ ਨੇ ਜਿਹੜੀਆਂ ਲੋੜਵੰਦ ਪਰਿਵਾਰਾਂ ਦੀਆਂ ਆਉਂਦੀਆਂ ਨੇ। ਹੁਣ ਸਾਡੀ ਤਾਂ ਪੇਸ਼ ਚੱਲੇ ਅਸੀਂ ਹਰ ਇੱਕ ਪਰਿਵਾਰ ਤੱਕ ਪਹੁੰਚੀਏ ਜੀ, ਪਰ ਉਹ ਪਹੁੰਚਣਾ ਤੇ ਫਾਈਨੈਂਸ਼ੀਅਲੀ ਸਟੇਟਸ ਦੇ ਨਾਲ ਹੀ ਹੈ, ਰਿਸੋਰਸਸ ਵੀ ਚਾਹੀਦੇ ਨੇ ਉਸ ਤਰ੍ਹਾਂ ਦੇ ਜੀ, ਤਾਂ ਹਰ ਇੱਕ ਤੱਕ ਨਹੀਂ ਪਹੁੰਚਿਆ ਜਾਂਦਾ। ਪਹਿਲਾਂ ਅਸੀਂ ਲੋਕ ਸੰਪਰਕ ਨੰਬਰ ਲੱਭ ਲੈਂਦੇ ਸੀਗੇ ਤੇ ਉਹਦੇ ਨਾਲ ਜਦੋਂ ਫੋਨ ਕਰਦੇ ਸੀ ਅਟੈਂਡ ਵੀ ਕਰੀਦੇ ਸੀ, ਲੇਕਿਨ ਤੁਸੀਂ ਸਾਰਾ ਦਿਨ 'ਚ ਕਿੰਨੀ ਕਾਲ ਤੁਸੀਂ ਅਟੈਂਡ ਕਰ ਸਕਦੇ ਹੋ, ਕਿੰਨਾ ਕੁ ਤੁਸੀਂ ਕਿਸੇ ਨੂੰ ਹੌਸਲਾ ਅਫਜ਼ਾਈ ਦੇ ਸਕਦੇ ਹੋ, ਆਸ਼ਵਾਸਨ ਦੇ ਸਕਦੇ ਹੋ। ਤੇ ਫਿਲਹਾਲ ਤਾਂ ਇਹੀ ਹੈ ਕਿ ਜਿਹੜੇ ਪਰਿਵਾਰ ਸੇਵਾਵਾਂ ਚੱਲ ਰਹੀਆਂ ਉਹਨਾਂ ਨੇ ਆਪੇ ਸੰਪਰਕ ਕੀਤਾ ਜੀ। ਜੱਚੀ ਗੱਲ ਜਿਹੜੀ ਸਾਡੀ ਇੱਕ ਕਮੇਟੀ ਅਸੀਂ ਬਣਾਈ ਹੋਈ ਹੈ, ਜਿਹੜੇ ਨਾਲ ਸਾਡੇ ਐਡਮਿਨ ਮੈਂਬਰ ਨੇ ਜੀ, ਉਹ ਉਸ ਚੀਜ਼ ਦੀ ਤਸੱਲੀ ਕਰਕੇ ਉਸ ਸੇਵਾ ਨੂੰ ਫਿਰ ਵੈਰੀਫਾਈ ਕਰਕੇ ਸ਼ੁਰੂ ਕਰਦੇ ਹਾਂ ਜੀ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤੁਹਾਡੀ ਕਮੇਟੀ ਬਣੀ ਹੋਈ ਹੈ, ਜਾਂ ਤੁਸੀਂ ਇਹ ਗੁਰੂ ਕਿਰਪਾ ਨਿਵਾਸ ਦਾ ਸੇਵਾ ਦਾ ਨਾਂ ਦਿੱਤਾ ਹੋਇਆ ਹੈ, ਇੱਕ ਟਰਸਟ ਵੀ ਬਣਿਆ ਹੋਇਆ ਹੈ, ਇਹ ਫਿਰ ਸਾਰੇ ਕਾਰਜ ਜਿਹੜੇ ਨੇ, ਕਿਉਂਕਿ ਕੋਈ ਵੀ ਕੰਮ ਪੈਸੇ ਤੋਂ ਬਿਨਾਂ ਤਾਂ ਹੁੰਦਾ ਨਹੀਂ, ਸੰਗਤਾਂ ਦੇ ਸਹਿਯੋਗ ਦੇ ਨਾਲ, ਜਾਂ ਜਿਹੜੇ ਹੋਰ ਪਰਿਵਾਰ ਜਿਹੜੇ ਇੱਛਾ ਰੱਖਦੇ ਨੇ ਕਿ ਅਸੀਂ ਲੋੜਵੰਦਾਂ ਦੀ ਮਦਦ ਕਰੀਏ, ਜਿਹੜੇ ਸਿੱਖੀ ਦੇ ਅਸਲ ਸਿਧਾਂਤ ਨੂੰ ਸਮਝਦੇ ਨੇ, ਉਹ ਤੁਹਾਡੇ ਤੱਕ ਆਪ ਪਹੁੰਚ ਕਰਦੇ ਨੇ। ਜੇ ਇਸ ਤਰ੍ਹਾਂ ਡੋਨੇਸ਼ਨ ਦੀ ਪ੍ਰਕਿਰਿਆ ਕਿਵੇਂ ਚੱਲਦੀ ਹੈ ਜੀ? ਫਿਰ ਇਹ ਤਾਂ ਜਿਹੜੇ ਇਲਾਕੇ 'ਚ ਪਹਿਲਾਂ ਹੀ ਸੰਗਤ ਜੁੜੀ ਹੋਈ ਹੈ ਜੀ 2 ਸਾਲ ਤੋਂ ਉੱਤੇ ਦਾ ਹੋ ਗਿਆ ਜੀ ਸਮਾਂ ਇਹ ਸੇਵਾਵਾਂ ਨੂੰ ਚੱਲਦੇ ਆ। ਇੱਕ ਖਾਸ ਕਰ ਗੁਰੂ ਕਿਰਪਾ ਨਿਵਾਸ ਜਿਹੜੀ ਹੈ, ਜਿਵੇਂ ਉਹ ਘਰ ਬਣਾਉਂਦੇ ਆ ਜੀ, ਉਸ ਸੇਵਾ ਦਾ ਅਸੀਂ ਨਾਮ ਗੁਰੂ ਕਿਰਪਾ ਨਿਵਾਸ ਰੱਖਿਆ ਹੋਇਆ ਜੀ। ਉਸ ਤੋਂ ਪਹਿਲਾਂ ਵੀ ਜਿਹੜਾ ਸਥਾਨ ਗੁਰੂ ਘਰ ਹੈ, ਗੁਰਦੁਆਰਾ ਗੋਬਿੰਦਪੁਰਾ ਜਗਾਦਰੀ ਅੰਬਾਲਾ ਹਾਈਵੇ ਦੇ ਉੱਤੇ, ਉਸ ਦੇ ਮਾਧਿਅਮ ਦੇ ਰਾਹੀਂ ਸੇਵਾਵਾਂ ਚੱਲ ਹੀ ਰਹੀਆਂ ਸੀ। ਤਾਂ ਸੰਗਤ ਹਰਿਆਣੇ 'ਚ ਵੀ ਕਾਫੀ ਜੁੜੀ ਸੀ ਤੇ ਪੰਜਾਬ ਦੀ ਵੀ ਸੰਗਤ ਜੁੜੀ ਹੋਈ ਹੈ। ਤੇ ਉਹ ਸਾਰੇ ਹੀ ਇਸ ਚੀਜ਼ ਨੂੰ ਦੇਖ ਕੇ ਵੀ ਹਾਂ ਸਾਰਾ ਕੁਝ ਜੋ ਹੈ ਸਹੀ ਚੀਜ਼ ਚੱਲ ਰਹੀ ਹੈ, ਤੇ ਉਹ ਆਪ ਲੋਕ ਅੱਗੇ ਹੋ ਕੇ ਸੇਵਾ ਜੀ। ਜਦੋਂ ਕਿਸੇ ਅਦਾਰੇ ਦਾ ਅਸੀਂ ਪ੍ਰਬੰਧ ਪਾਰਦਰਸ਼ਤਾ ਤਰੀਕੇ ਨਾਲ ਚਲਾਉਂਦੇ ਆ, ਵੀ ਬਿਨਾਂ ਕਿਸੇ ਘਪਲੇਬਾਜ਼ੀ ਤੋਂ ਤੇ ਆਪਣੇ ਸਵਾਰਥ ਤੋਂ, ਤਾਂ ਉਦੋਂ ਫਿਰ ਵਾਕਈ ਉਹਦੇ ਵਿੱਚ ਬਰਕਤ ਵੀ ਹੁੰਦੀ ਹੈ। ਸੋਸ਼ਲ ਮੀਡੀਆ ਦਾ ਜੋ ਪਲੇਟਫਾਰਮ ਬਣਿਆ, ਸੰਸਥਾ ਦੇ ਵੀ ਜਿਹੜੇ ਬਣੇ ਨੇ ਨਾ ਜੀ, ਉਹ ਉਹਦੇ ਰਾਹੀਂ ਲੋਕ ਸਾਰਾ ਕੁਝ ਦੇਖਦੇ ਨੇ ਡੇ 1 ਤੋਂ, ਵੀ ਕਿੱਥੋਂ ਪਰਿਵਾਰ ਦੀ ਕੀ ਹਾਲਾਤ ਸੀ, ਕੀ ਸ਼ੁਰੂ ਹੋਇਆ, ਔਰ ਹਰ ਹਫਤੇ ਬਾਅਦ ਉਸ ਚੀਜ਼ ਨੂੰ ਜਿਹੜਾ ਸਟਾਫ ਹੈ ਉਹ ਅਪਡੇਟ ਕਰਦਾ ਹੈ। ਤੇ ਉਹ ਚੀਜ਼ਾਂ ਜਿਹੜੀਆਂ ਹੈ ਪਾਰਦਰਸ਼ਤਾ ਉਹ ਸਭ ਦੇ ਸਾਹਮਣੇ ਹੁੰਦੀ ਹੈ ਜੀ। ਔਰ ਇਹ ਸੇਵਾਵਾਂ ਫਿਰ ਜਿਹੜਾ ਹੁਣ ਲੋਕ ਸੱਚਮੁੱਚ ਅਵੇਅਰ ਹੋ ਚੁੱਕੇ ਨੇ, ਚਾਹੇ ਉਹ ਸਾਡਾ ਪੰਜਾਬ ਹੈ, ਹਰਿਆਣਾ ਹੈ, ਚਾਹੇ ਵਰਲਡ ਵਾਈਡ ਕੋਈ ਵੀ ਹੈ, ਸਭ ਅਵੇਅਰ ਨੇ ਕਿ ਵੀ ਹਾਂ ਹੁਣ ਸਾਨੂੰ
ਗੁਰੂ ਸਾਹਿਬ ਨੇ ਜੋ ਇੱਕ ਸਿਧਾਂਤ ਅਸੀਂ ਪਹਿਲਾਂ ਸਿਰਫ ਪੜ੍ਹਦੇ ਹੁੰਦੇ ਸੀ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਜੀ, ਪਰ ਜਦੋਂ ਆਪਾਂ ਪ੍ਰੈਕਟੀਕਲੀ ਕਿਸੇ ਚੀਜ਼ ਦੀ ਗੱਲ ਕਰੀਏ ਤੇ ਤਕਰੀਬਨ ਨਾ ਦੇ ਬਰਾਬਰ ਸਾਡਾ ਕੋਈ ਯੋਗਦਾਨ ਸੀ ਲੋੜਵੰਦ ਪਰਿਵਾਰਾਂ ਨੂੰ ਜੀ। ਕੋਈ ਇਤਿਹਾਸਿਕ ਸਥਾਨ ਦੀ ਕਾਰ ਸੇਵਾ ਦੇ ਬਾਰੇ ਪਤਾ ਲੱਗੇ ਕਿ ਜੀ ਉਹ ਫਲਾਣੀ ਥਾਂ ਤੇ ਗੁਰਦੁਆਰੇ ਦੀ ਕਾਰ ਸੇਵਾ ਆਰੰਭ ਹੋਈ ਹੈ, ਗੁਰੂ ਘਰ ਦੀ ਇਤਿਹਾਸਿਕ ਸਥਾਨ ਦੀ, ਲੋਕ ਖੁੱਲੇ ਦਿਲ ਨਾਲ ਹਰ ਪੱਖ ਤੋਂ ਸਹਿਯੋਗ ਕਰਦੇ ਨੇ, ਸੇਵਾ ਕਰਦੇ ਨੇ। ਪਰ ਜਦੋਂ ਅਸੀਂ ਆਪਣੇ ਆਂਢ ਗੁਆਂਢ 'ਚ ਦੇਖੀਏ, ਰਿਸ਼ਤੇਦਾਰੀ 'ਚ ਦੇਖੀਏ, ਪਿੰਡ 'ਚ ਦੇਖੀਏ, ਗਲੀ ਮੁਹੱਲੇ 'ਚ ਦੇਖੀਏ, ਬਹੁਤ ਐਸੇ ਲੋੜਵੰਦ ਪਰਿਵਾਰ ਹੁੰਦੇ ਨੇ ਜਿਨ੍ਹਾਂ ਦੀ ਮਦਦ ਕੀਤੀ ਜਾ ਸਕਦੀ ਹੈ। ਬੱਚਿਆਂ ਦੀ ਪੜ੍ਹਾਈ ਹੈ ਰੁਕੀ ਹੈ, ਉਸ ਦੀ ਫੀਸਾਂ ਜਮ੍ਹਾਂ ਕਰਾਈਆਂ ਜਾ ਸਕਦੀਆਂ ਨੇ, ਰਾਸ਼ਨ ਮੁਹੱਈਆ ਕਰਾਇਆ ਜਾ ਸਕਦਾ ਹੈ, ਜਾਂ ਵੱਡੀ ਤੋਂ ਵੱਡੀ ਸੇਵਾ ਹੈ ਕਿ ਕਿਸੇ ਨੂੰ ਘਰ ਮੁਹੱਈਆ ਕਰਾਇਆ ਜਾਏ। ਪਰ ਇਹ ਚੀਜ਼ਾਂ ਸਿਰਫ ਗੱਲਾਂ ਵਿੱਚ ਹੀ ਸੀਗੀਆਂ ਪਹਿਲਾਂ। ਹੁਣ ਬਹੁਤ NGO ਨੇ, ਉਹ ਦੇਖੋ ਦੇਖ ਸਭ ਨੇ ਸਟੈਪ ਚੁੱਕਿਆ ਕਿ ਅਗਰ ਆਪਾਂ ਰਾਸ਼ਨ ਵੀ ਕਿਸੇ ਨੂੰ ਦਿੰਨੇ ਆ, ਉਹ ਇੱਕ ਕਿੱਟ ਦੇ ਦਿਓ ਤੁਸੀਂ, 1000 ਰੁਪਏ ਦੀ ਕਿੱਟ ਦੇ ਦਿਓ, 5000 ਦੀ ਕਿੱਟ ਦੇ ਦਿਓ, 10000 ਦੀ ਦੇ ਦਿਓ, ਰਾਸ਼ਨ ਨੇ ਤਾਂ ਇੱਕ ਦਿਨ ਮੁੱਕ ਹੀ ਜਾਣਾ ਨਾ ਜੀ। ਬਿਲਕੁਲ ਜੀ। ਕੱਪੜਾ ਤੁਸੀਂ ਜਿੰਨਾ ਮਰਜ਼ੀ ਸੇਵਾ ਕਰਦੇ ਹੋ, ਮਹਿੰਗੇ ਤੋਂ ਮਹਿੰਗੇ ਲੈ ਦਿਓ, ਲੇਕਿਨ ਉਹ ਫਟ ਜਾਣੇ ਨੇ, ਹੈ ਨਾ ਜੀ, 2-4 ਸਾਲ ਹੰਢਾ ਕੇ। ਘਰ ਇੱਕ ਇਹੋ ਜੀ ਸੇਵਾ ਹੈ ਕਿ ਅਗਰ ਲੈਂਟਰ ਦੀ ਅਸੀਂ ਉਮਰ 50 ਸਾਲ ਮੰਨ ਕੇ ਚੱਲੀਏ, ਪੱਕੇ ਘਰ ਦੀ ਲਾਈਫ, ਤੇ ਘੱਟੋ ਘੱਟ 50 ਸਾਲ ਵਾਸਤੇ ਤੁਸੀਂ ਅਗਰ ਕਿਸੇ ਨੂੰ ਘਰ ਮੁਹੱਈਆ ਕਰਾ ਰਹੇ ਹੋ ਤੇ 3 ਪੀੜ੍ਹੀਆਂ ਦੀ ਸੇਵਾ ਜੀ, ਇਹ ਕੋਈ ਇੱਕ ਅੱਧੀ ਪੀੜ੍ਹੀ ਨਹੀਂ, 3 ਪੀੜ੍ਹੀਆਂ ਦੀ ਸੇਵਾ ਤੁਸੀਂ ਉਸ ਪਰਿਵਾਰ ਦੀ ਕਰ ਦਿੱਤੀ। ਤੇ ਮੈਂ ਇਹ ਸਮਝਦਾ ਕਿ ਅੱਜ ਦੇ ਸਮੇਂ 'ਚ ਤੁਸੀਂ ਕਿਸੇ ਇੱਕ ਗਰੀਬ ਪਰਿਵਾਰ, ਲੋੜਵੰਦ ਪਰਿਵਾਰ ਦਾ ਘਰ ਬਣਾਉਂਦੇ ਹੋ ਨਾ, ਤੇ ਇਹ ਸਮਝ ਕੇ ਚੱਲੋ ਕਿ ਤੁਸੀਂ ਇੱਕ ਗੁਰੂ ਘਰ ਦੀ ਸੇਵਾ ਤੁਸੀਂ ਕਰ ਦਿੱਤੀ। ਬਿਲਕੁਲ ਜੀ, ਤੁਸੀਂ ਬਹੁਤ ਵੱਡੀ ਗੱਲ ਕਹੀ ਹੈ ਤੇ ਹੈ ਵੀ ਇਹਦੇ ਵਿੱਚ ਸੱਚਾਈ ਹੈ। ਬਿਲਕੁਲ ਸੱਚਾਈ ਹੈ ਜੀ। ਜੇ ਅਸੀਂ ਸਿੱਖੀ ਦੇ ਅਸਲੀ ਸਿਧਾਂਤ ਦੀ ਅਸੀਂ ਵਾਰ-ਵਾਰ ਉਹੀ ਗੱਲ ਕਰਦੇ ਹਾਂ ਕਿ ਜਿਹੜੀ ਗੁਰੂ ਦੀ ਗੋਲਕ ਹੈ, ਗਰੀਬ ਦਾ ਮੂੰਹ ਹੈ, ਪਰ ਅਸੀਂ ਕਹਿਣ ਮਾਤਰ 'ਚ ਗੱਲ ਲੈ ਆਉਂਦੇ ਹਾਂ, ਪਰ ਪ੍ਰੈਕਟੀਕਲ ਅਸੀਂ ਨਹੀਂ ਕਰਦੇ। 2 ਸਾਲ ਤੋਂ ਜਿਹੜਾ ਇਹ ਨਿਰੰਤਰ ਘਰ ਬਣਾ ਕੇ ਦੇਣ ਦੀ ਲੋੜਵੰਦਾਂ ਨੂੰ ਜਿਹੜਾ ਸੇਵਾ ਕਰ ਰਹੇ ਹੋ, ਪਰ ਜਦੋਂ ਟਿਕਟੌਕ ਦੇ ਜਿਹੜੇ ਸਟਾਰ ਨੂਰ ਦਾ ਤੁਸੀਂ ਘਰ ਬਣਾਇਆ ਤਾਂ ਉਸ ਤੋਂ ਵੀ ਕਾਫੀ ਲੋਕ ਤੁਹਾਨੂੰ ਜਾਣਨ ਲੱਗੇ, ਤਾਂ ਉਦੋਂ ਜਿਹੜੀ ਕੀ ਸੇਵਾ ਜਿਹੜੀ ਉਜਾਗਰ ਹੋਈ ਕਿ ਹਾਂ ਵੀ ਕੋਈ ਬਾਬਾ ਜਸਦੀਪ ਸਿੰਘ ਜੀ ਨੇ ਜਿਹੜੇ ਕਿ ਘਰ ਬਣਾ ਕੇ ਦੇਣ ਦੀ ਸੇਵਾ ਕਰਦੇ ਨੇ। ਨੂਰ ਦੇ ਘਰ ਦੀ ਜੇ ਅਸੀਂ ਗੱਲ ਕਰ ਲਈਏ ਤਾਂ ਉਹ ਪ੍ਰੋਸੈਸ ਕਿੱਥੇ ਹੈ ਜੀ? ਨੂਰ ਦੇ ਘਰ ਦਾ ਇਦਾਂ ਜੀ ਕਿ ਲੈਂਟਰ ਖੁੱਲ ਚੁੱਕਿਆ ਸੀ, ਜੀਰੀਆਂ ਦਾ ਸੀਜ਼ਨ ਜਿਵੇਂ ਚੱਲ ਰਿਹਾ ਤੇ ਲੇਬਰ ਥੋੜਾ ਢਿੱਲੀ ਸੀ। ਹੁਣ ਲੈਂਟਰ ਉਹਦਾ ਖੋਲਿਆ ਗਿਆ, ਪਲਸਤਰ ਸ਼ੁਰੂ ਕੀਤਾ ਗਿਆ। ਖੁਸ਼ੀ ਇਸ ਗੱਲ ਦੀ ਸੀ ਜੀ ਵੀ ਜਿਹੜੇ ਮੁੱਦੇ ਨੂੰ ਲੈ ਕੇ ਅਸੀਂ ਉਹ ਸੇਵਾ ਆਰੰਭੀ ਸੀ ਕਿ ਪਰਿਵਾਰ ਗੁਰਸਿੱਖੀ ਨਾਲ ਜੁੜੇ, ਉਹਦੇ ਮਾਤਾ ਪਿਤਾ ਨੇ ਅੰਮ੍ਰਿਤ ਛਕਿਆ। ਔਰ ਤੁਹਾਨੂੰ ਪਤਾ ਹੀ ਹੈ ਸਾਡੇ ਪੰਜਾਬ ਦੇ ਜੋ ਹਾਲਾਤ ਨੇ ਅੱਜ ਦੇ ਸਮੇਂ 'ਚ, ਜਿਹੜਾ ਗਰੀਬ ਪਰਿਵਾਰ ਹੁੰਦਾ ਨਾ ਜੀ, ਉਹਦਾ ਧਰਮ, ਉਹਦੀ ਰੋਟੀ, ਕੱਪੜਾ ਔਰ ਮਕਾਨ ਅਸੀਂ ਸਮਝਦੇ ਹਾਂ ਵੀ ਉਹ ਬਣ ਚੁੱਕਿਆ ਹੈ ਜੀ। ਉਹ ਜ਼ਮਾਨੇ ਗਏ ਕਿ ਬੜੀਆਂ ਕੁਰਬਾਨੀਆਂ ਦੇ ਕੇ ਵੀ ਲੋਕ ਸਿੱਖੀ ਦੀ ਪਾਲਣਾ ਕਰਦੇ ਸੀ ਜੀ। ਮੈਨੂੰ ਇਹ ਮਹਿਸੂਸ ਹੋਇਆ ਜਦੋਂ ਉਹਦੀ ਮਾਤਾ ਦਾ ਇੰਟਰਵਿਊ ਦੇਖਿਆ ਕਿ ਵੀ ਉਹ ਚਾਹੁੰਦੇ ਨੇ ਗੁਰੂ ਘਰ ਨਾਲ ਜੁੜਿਆ ਜਾਏ ਜੀ। ਪੰਜਾਬ ਦੇ ਵਿੱਚ ਥੋੜੇ ਲਾਲਚ ਦੇ ਕੇ ਲੋਕ ਦੀਨ ਧਰਮ ਚੇਂਜ ਕਰਾ ਦਿੰਦੇ ਨੇ। ਮੈਨੂੰ ਇਹ ਲੱਗਿਆ ਅਗਰ ਐਸਾ ਕੋਈ ਉੱਥੇ ਪਹੁੰਚਿਆ ਤੇ ਮੇ ਵੀ ਪਰਿਵਾਰ ਜਿਹੜਾ ਹੈ ਗਰੀਬੀ ਦਾਅਵੇ ਕਰਕੇ ਡਾਮਾਡੋਲ ਹੋ ਸਕਦਾ ਹੈ ਜੀ। ਅਸੀਂ ਇਹ ਸਮਝਦੇ ਹਾਂ ਕਿ ਅਗਰ ਆਪਾਂ ਕਿਸੇ ਸਿੱਖ ਭਰਾ ਦੀ ਮਦਦ ਕਰਦੇ ਹਾਂ ਤੇ ਉਹ ਕੋਈ ਕਿਸੇ ਤੇ ਸਹਾਨ ਨਹੀਂ ਹੈ ਜੀ। ਉਹਨਾਂ ਦੀ ਮਦਦ ਹੋਈ, ਚਲੋ ਇੱਕ ਘਰ ਉਹਨਾਂ ਦਾ ਮੁਕੰਮਲ ਹੋਣ ਵੱਲ ਜਾ ਰਿਹਾ ਹੈ ਜੀ, ਤੇ ਪਰਿਵਾਰ ਨੇ ਅੰਮ੍ਰਿਤ ਛਕ ਲਿਆ। ਇਸ ਗੱਲ ਤੇ ਹੀ ਮੈਨੂੰ ਬੜੀ ਵੱਡੀ ਖੁਸ਼ੀ ਹੈ। ਬਿਲਕੁਲ ਜੀ। ਦੂਜੀ ਸੇਵਾ ਜੋ ਚਰਚਾ ਚੱਲੀ ਸਮਾਣੇ ਦੀ ਜੀ, ਜਿਹੜੀ ਲੜਕੀ ਪਾਪੜ ਵੇਚ ਕੇ ਗੁਜ਼ਾਰਾ ਕਰਦੀ ਸੀ, ਅੰਮ੍ਰਿਤਧਾਰੀ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਨੇ ਉਹਨਾਂ ਦਾ ਨੀਂਹ ਪੱਥਰ ਰੱਖਿਆ ਸੀ। ਹਾਂਜੀ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਅਕਾਲ ਤਖਤ ਜੋ ਨੇ, ਉਹ ਵਿਸ਼ੇਸ਼ ਤੌਰ ਤੇ ਉਹਦਾ ਨੀਂਹ ਪੱਥਰ ਰੱਖਣ ਵਾਸਤੇ ਆਏ ਸਮਾਣਾ ਜੀ, ਜ਼ਿਲ੍ਹਾ ਪਟਿਆਲਾ। ਤੇ ਉਹ ਬੱਚੀ ਜਿਹੜੀ ਅੱਜ 18 ਸਾਲ ਦੀ ਹੈ, ਜਿਹੜੀ ਕਿ 5 ਸਾਲ ਤੋਂ ਪੱਗ ਬੰਨ੍ਹ ਕੇ ਆਪਣਾ ਬਚਾਅ ਕਰਨ ਵਾਸਤੇ ਉਹ ਕਿ ਕੋਈ ਮੇਰੇ ਨਾਲ ਸ਼ਰਾਰਤ ਨਾ ਹੋਵੇ, ਕਿਹੜੇ ਹਾਲਾਤਾਂ ਵਿੱਚ ਉਹ ਬੱਚੀ ਨੇ ਸਿੱਖੀ ਦੀ ਪਾਲਣਾ ਕੀਤੀ ਔਰ ਪਾਪੜ ਵੇਚ ਕੇ ਘਰ ਦਾ ਕੰਮ ਚਲਾਇਆ। ਉਸ ਬੱਚੀ ਦਾ ਵੀ ਜੋ ਹੈ ਘਰ ਦਾ ਲੈਂਟਰ ਪੈ ਚੁੱਕਿਆ, ਲੈਂਟਰ ਖੁੱਲ੍ਹਣ ਵਾਲਾ ਹੈ ਜੀ। ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਮੈਂ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਇੱਕ ਵਿਸ਼ੇਸ਼ ਤੌਰ 'ਤੇ ਉੱਥੇ ਹਾਜ਼ਰੀ ਭਰੀ। ਜਦੋਂ ਉਹਨਾਂ ਨਾਲ ਮੁਲਾਕਾਤ ਹੋਈ ਤਾਂ ਉਹਨਾਂ ਨੇ ਇਸ ਗੱਲ ਦਾ ਹੁੰਗਾਰਾ ਦਿੱਤਾ ਕਿ ਜੋ ਕੰਮ ਅੱਜ ਸ਼ੁਰੂ ਹੋਇਆ ਹੈ ਜੀ, ਇਹ ਕੰਮ ਅਗਰ ਅੱਜ ਤੋਂ 20 ਸਾਲ ਪਹਿਲਾਂ ਸਾਰੀਆਂ ਜਥੇਬੰਦੀਆਂ, ਸਾਰੇ ਪੰਜਾਬ ਦੇ ਮਹਾਂਪੁਰਸ਼, ਸਾਰੀਆਂ ਸੰਪਰਦਾਵਾਂ ਦੇ ਆਗੂ, ਸਭ ਜੋ ਜਿਸ ਰੂਪ ਵਿੱਚ ਵੀ ਸੇਵਾ ਕਰ ਰਿਹਾ ਹੈ, ਅਗਰ ਉਹ ਸਾਰੇ ਇਸ ਸੇਵਾ ਵੱਲ ਧਿਆਨ ਦਿੰਦੇ ਤਾਂ ਉਹਨਾਂ ਦਾ ਕਹਿਣਾ ਸੀ ਕਿ ਸ਼ਾਇਦ ਪੰਜਾਬ ਦੇ ਵਿੱਚ ਜਿਹੜਾ ਇਹ ਧਰਮ ਪਰਿਵਰਤਨ ਦੀ ਖੇਡ ਚੱਲ ਪਈ ਜਾਂ ਹੋਰ ਦੇਹਧਾਰੀ ਗੁਰੂਆਂ ਨੇ ਇਸ ਪਾਸੇ ਲੋਕ ਨਾ ਲੱਗਦੇ ਜੀ, ਸਾਡਾ ਜਿਹੜਾ ਧਰਮ ਦਾ ਪੱਖ ਹੈ ਹੋਰ ਮਜ਼ਬੂਤ ਹੁੰਦਾ ਜੇ ਇਹ ਚੀਜ਼ 20 ਸਾਲ ਪਹਿਲਾਂ ਸ਼ੁਰੂ ਹੋਈ ਹੁੰਦੀ ਜੀ।
ਪਰ ਚਲੋ ਦੇਰ ਆਏ ਦਰੁਸਤ ਆਏ, ਹੁਣ ਵੀ ਸਾਡੀ ਕੌਮ ਜਾਗੇ ਜੀ ਔਰ ਇਹਨਾਂ ਸੇਵਾਵਾਂ ਵੱਲ ਧਿਆਨ ਦੇ ਕਿ ਐਸੇ ਬਹੁਤ ਪਰਿਵਾਰ ਨੇ, ਗੁਰਸਿੱਖ ਪਰਿਵਾਰ ਨੇ ਜੀ, ਜਿਹੜੇ ਬੜੇ ਔਖੇ ਸਮੇਂ 'ਚ ਆਪਣਾ ਗੁਜ਼ਾਰਾ ਕਰ ਰਹੇ ਨੇ। ਜੀ ਬਿਲਕੁਲ, ਉਹਨਾਂ ਦੀ ਬਾਂਹ ਫੜਨ ਦੀ ਲੋੜ ਹੈ। ਤੋ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਬੜਾ ਹੁੰਗਾਰਾ ਦਿੱਤਾ, ਉਹ ਪਹੁੰਚੇ। ਉਸ ਤੋਂ ਬਾਅਦ ਅਸੀਂ ਜਗਾਦਰੀ ਇੱਕ ਘਰ ਦੀ ਸੇਵਾ ਸ਼ੁਰੂ ਕੀਤੀ ਹੈ ਜੀ। ਉੱਥੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਕੇਸਗੜ੍ਹ ਸਾਹਿਬ, ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਨੀਂਹ ਪੱਥਰ ਰੱਖਣ ਵਾਸਤੇ। ਤੇ ਮੈਂ ਚਾਹੁੰਦਾ ਕਿ ਸਾਰੀ ਕੌਮ ਜਿਹੜੀ ਹੈ ਹੁਣ ਜਿਹੜੀ ਆਪਣੀ ਸੇਵਾ ਦੀ ਡਾਇਰੈਕਸ਼ਨ ਨੂੰ ਥੋੜਾ ਚੇਂਜ ਕਰੇ। ਬਿਲਕੁਲ ਜੀ, ਜੇ ਤੁਸੀਂ ਹੁਣ ਜ਼ਿਕਰ ਕਰ ਦਿੱਤਾ ਤਾਂ ਅਸੀਂ ਇਸੇ ਮਸਲੇ ਨੂੰ ਜੇ ਅਸੀਂ ਅੱਗੇ ਲੈ ਕੇ ਚੱਲੀਏ ਤਾਂ ਆਮ ਤੌਰ ਤੇ ਜਿਹੜਾ ਹੈ ਸਾਡੇ ਚਾਹੇ ਕਹਿ ਲਓ ਕਿ ਸ਼ਹਿਰਾਂ ਦੇ ਵਿੱਚ ਲਾ ਲਓ ਤਾਂ ਬਹੁਤਾ ਕੀਰਤਨ ਦਰਬਾਰਾਂ ਤੇ ਜ਼ੋਰ ਦਿੱਤਾ ਜਾਂਦਾ ਹੈ, ਇੱਕ ਦੂਜੇ ਨਾਲ ਜਿੱਦ ਕੇ ਜਿਹੜਾ ਹੈ ਕਿ ਜੇ ਤੁਸੀਂ ਉਹ ਰਾਗੀ ਲਿਆਂਦੇ ਨੇ ਅਸੀਂ ਇਹ ਰਾਗੀ ਲਿਆਵਾਂਗੇ, ਫਿਰ ਪੰਡਾਲਾਂ ਦੀ ਡੈਕੋਰੇਸ਼ਨ ਦਾ ਖਰਚਾ ਵੀ, ਇਹਨਾਂ ਸਾਰਿਆਂ ਖਰਚਿਆਂ ਨੂੰ ਸੰਕੋਚ ਕੇ, ਕਿਉਂਕਿ ਜਿਹਨੇ ਕੀਰਤਨ ਸੁਣਨਾ ਉਹਨੇ ਗੁਰੂ ਘਰ ਜਾ ਕੇ ਵੀ ਸੁਣ ਲੈਣਾ। ਜੇ ਅਸੀਂ ਇਸ ਪ੍ਰਕਾਰ ਲੋੜਵੰਦਾਂ ਦੀ ਸੇਵਾ ਵੱਲ ਜਿਹੜਾ ਹੈ ਪ੍ਰੇਰਿਤ ਹੋਈਏ, ਏਕ ਬੀਤਾ ਇੱਕ ਸਕੇ ਹੰਬਾਰਕ ਦੇ ਧਾਰਨੀ ਅਸਲ 'ਚ ਬਣੀ ਤਾਂ ਸੱਚਮੁੱਚ ਇਸ ਸਮਾਜ ਦਾ ਨਕਸ਼ਾ ਕੁਝ ਹੋਰ ਹੀ ਹੋਵੇਗਾ। ਮੈਂ ਤਾਂ ਇਹੀ ਬੇਨਤੀ ਕਰਾਂ ਜੀ ਇਸ ਮਾਮਲੇ ਵਿੱਚ ਕਿ ਇੱਕ ਕੰਪੀਟੀਸ਼ਨ ਦਾ ਦੌਰ ਬਣ ਗਿਆ, ਸਮਾਗਮ ਕਰਾਉਣੇ ਵੀ ਅਸੀਂ ਇਹਦੇ ਵਿੱਚ ਵੀ ਕੰਪੀਟੀਸ਼ਨ ਰੱਖ ਲਿਆ ਵੀ ਉਹਨਾਂ ਨੇ 2 ਲੱਖ ਖਰਚਿਆ ਅਸੀਂ 3 ਲੱਖ ਖਰਚਾਂਗੇ, ਉਹਨਾਂ ਨੇ 3 ਲੱਖ ਖਰਚਿਆ ਅਸੀਂ 4 ਲੱਖ ਖਰਚਾਂਗੇ, ਉਹਨਾਂ ਨੇ 4 ਜੱਥੇ ਮੰਗਾਏ ਸੀ ਅਸੀਂ 6 ਜੱਥੇ ਮੰਗਾਵਾਂਗੇ ਜੀ। ਤੇ ਜਦੋਂ ਇਹੋ ਜਿਹੇ ਸਮਾਗਮਾਂ ਦਾ ਭਾਵ ਹੀ ਇਹੋ ਜਿਹਾ ਹੋ ਜਾਂਦਾ ਹੈ ਕਰਾਉਣ ਵਾਲਿਆਂ ਦਾ, ਤੇ ਫਿਰ ਉਹਦੇ ਦਾ ਅਸਰ ਵੀ ਘਟਦਾ। ਤੁਸੀਂ ਦੇਖਦੇ ਹੋ ਪਿਛਲੇ ਸਮੇਂ ਦੇ ਵਿੱਚ ਸਾਡੀ ਕੌਮ ਦੇ ਵਿੱਚ ਜਿਹੜੇ ਹਾਲਾਤ ਨੇ। ਪਰ ਮੈਂ ਇੱਕ ਬੇਨਤੀ ਕਰਦਾ ਕਿ ਕਿਤੇ ਅਸੀਂ 5 ਸਾਲ ਵਾਸਤੇ ਸਾਰਾ ਕੁਝ ਇੱਕ ਵਾਰ ਵਿਸ਼ਰਾਮ ਦੇ ਕੇ, ਨਾ ਜ਼ਿਆਦਾ ਨਗਰ ਕੀਰਤਨ ਹੋਣ, ਨਾ ਜ਼ਿਆਦਾ ਸਮਾਗਮ ਹੋਣ, ਜਿਹੜਾ ਇੱਕ ਮਤਲਬ ਉਹ ਕੰਪੀਟੀਸ਼ਨ ਦਾ ਦੌਰ ਹੈ ਉਹ ਨਾ ਹੋਵੇ ਜੀ। ਤੇ ਹੋਰ ਵੀ ਜੋ ਸੇਵਾਵਾਂ ਚੱਲ ਰਹੀਆਂ ਨੇ ਉਹਨਾਂ ਨੂੰ ਇੱਕ ਵਾਰ ਵਿਸ਼ਰਾਮ ਦੇ ਕੇ, ਤੇ ਜੇ ਅਸੀਂ 5 ਸਾਲ ਵਾਸਤੇ ਕੌਮ ਦੇ ਲੋੜਵੰਦ ਪਰਿਵਾਰਾਂ ਵੱਲ ਧਿਆਨ ਦਈਏ, ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰੀਏ। ਉਹਨਾਂ ਦੇ ਕੋਈ ਇੱਕ ਕਮਰੇ ਦੀ ਲੋੜ ਹੈ 1 ਕਮਰਾ ਬਣੇ, 2 ਕਮਰਿਆਂ ਦੀ ਲੋੜ ਹੈ 2 ਕਮਰੇ ਬਣਨ, ਉਹਨਾਂ ਦਾ ਇੱਕ ਅਸੀਂ ਇਸ ਪਾਸੇ ਖਿਆਲ ਕਰੀਏ ਤੇ ਮੈਂ ਸਮਝਦਾ ਸਾਡੀ ਕੌਮ ਗਰੀਬੀ ਦਾਅਵੇ ਤੋਂ ਬਾਹਰ ਨਿਕਲ ਸਕਦੀ ਹੈ। ਅਸੀਂ ਸਰਕਾਰਾਂ ਦੇ ਭਰੋਸੇ ਬੈਠੇ ਹਾਂ, ਅਸੀਂ ਵੱਡੀਆਂ ਸੰਸਥਾਵਾਂ ਦੇ ਭਰੋਸੇ ਬੈਠੇ ਹਾਂ, ਅਸੀਂ ਖੁਦ ਕੁਝ ਨਹੀਂ ਕਰਨਾ ਚਾਹੁੰਦੇ। ਬਿਲਕੁਲ ਜੀ। ਤੇ ਅਸੀਂ ਕੋਸ਼ਿਸ਼ ਕਰੀਏ ਆਪੋ ਆਪਣੇ ਦਾਇਰੇ ਤੇ ਸਾਰੇ ਰਲ ਕੇ ਕੌਮ ਦੇ ਲੋੜਵੰਦ ਪਰਿਵਾਰਾਂ ਦੀ ਬਾਂਹ ਫੜੀਏ, ਤੇ ਇਹ ਵੀ ਇੱਕ ਸਿੱਖੀ ਦਾ ਪ੍ਰਚਾਰ ਹੈ ਜੀ। ਬਿਲਕੁਲ, ਜਿਵੇਂ ਤੁਸੀਂ ਕਿਹਾ ਕਿ ਅਸੀਂ ਹੋਰਾਂ ਵੱਲ ਦੇਖਦੇ ਆਂ ਦੀ ਬਜਾਏ ਜੇ ਆਪ ਤੁਰ ਪਈਏ, ਜੇ ਹਰ ਇੱਕ ਘਰ ਵਿੱਚ ਮੰਨ ਲਓ ਕੋਈ ਆਪਣੇ ਆਂਢ ਗੁਆਂਢ ਵੱਲ ਦੇਖਣਾ ਸ਼ੁਰੂ ਕਰ ਦੇ ਲੋੜਵੰਦਾਂ ਦੀ। ਜ਼ਰੂਰੀ ਨਹੀਂ ਕਿ ਘਰ ਵੀ ਜੀ, ਕਈ ਵਾਰੀ ਸਿੱਖਿਆ ਦੇ ਖੇਤਰ ਵਿੱਚ ਵੀ ਬਹੁਤ ਐਸੇ ਪਰਿਵਾਰ ਹੁੰਦੇ ਨੇ ਜਿਹੜੇ ਕਿ ਬੱਚੇ ਪੜ੍ਹਨਾ ਚਾਹੁੰਦੇ ਨੇ ਪਰ ਹਾਲਾਤਾਂ ਦੇ ਕਾਰਨ ਆਪਣੀ ਸਟੱਡੀ ਨੂੰ। ਤੁਸੀਂ ਆਂਢ ਗੁਆਂਢ ਦੀ ਗੱਲ ਕੀਤੀ ਹੈ, ਮੈਂ ਕਹਿੰਦਾ ਤੁਸੀਂ ਹਰ ਇੱਕ ਇਨਸਾਨ ਆਪਣੇ ਭੈਣਾਂ ਭਰਾਵਾਂ ਰਿਸ਼ਤੇਦਾਰਾਂ ਵੱਲ ਵੀ ਝਾਂਤੀ ਮਾਰੇ, ਉਹਦੇ ਵਿੱਚ ਵੀ ਲੋੜਵੰਦ। ਜੇ ਇੱਕ ਘਰ 'ਚ 4 ਭੈਣ ਭਰਾ ਨੇ, ਸਾਰੇ ਤਾਂ ਨਹੀਂ ਇੱਕੋ ਜਿਹੇ ਹੈਗੇ ਜੀ, ਹੈ ਨਾ ਜੀ। ਇਨਸਾਨ ਆਪਣੇ ਕਰਮਾਂ ਦੇ, ਆਪਣੀ ਮਿਹਨਤ ਦੇ ਸਦਕੇ ਕੋਈ 2 ਕਦਮ ਅੱਗੇ ਚੱਲ ਰਿਹਾ, 2 ਕਦਮ ਪਿੱਛੇ ਚੱਲ ਰਿਹਾ। ਮੈਂ ਐਸੇ ਪਰਿਵਾਰ ਦੇਖੇ ਨੇ, ਸਕੇ ਭੈਣ ਭਰਾ, ਇੱਕ ਕਰੋੜਾਪਤੀ ਔਰ ਇੱਕ ਬਿਲਕੁਲ ਗਰੀਬੀ ਦਾ ਵਿੱਚ ਜੀਵਨ ਜੀ ਰਿਹਾ ਹੈ। ਅਸੀਂ ਨਹੀਂ ਬਾਹਰ ਕਿਸੇ ਦੀ ਮਦਦ ਕਰ ਸਕਦੇ, ਅਸੀਂ ਸਕੇ ਭੈਣਾਂ ਭਰਾਵਾਂ ਦੀ ਮਦਦ ਕਰੀਏ, ਅਸੀਂ ਆਪਣੀ ਰਿਸ਼ਤੇਦਾਰੀ ਦੇ ਵਿੱਚ ਕਿਸੇ ਦੀ ਮਦਦ ਕਰੀਏ, ਅਸੀਂ ਆਂਢ ਗੁਆਂਢ ਦੇ ਵਿੱਚ ਦੇਖ ਲਈਏ। ਤੇ ਬਹੁਤ ਐਸੇ ਤੁਸੀਂ ਜਿਵੇਂ ਕਿਹਾ ਕਿ ਬੱਚੇ ਨੇ ਜਿਨ੍ਹਾਂ ਨੂੰ ਇਸ ਵੇਲੇ ਸਹਾਰੇ ਦੀ ਲੋੜ ਹੈ, ਉਹ ਪੜ੍ਹਨਾ ਚਾਹੁੰਦੇ ਨੇ, ਜਾਂ ਬਹੁਤ ਐਸੇ ਬਜ਼ੁਰਗ ਨੇ ਜਿਨ੍ਹਾਂ ਦਾ ਕੋਈ ਬੱਚੇ ਅੱਗੇ ਹੈ ਨਹੀਂ ਤਾਂ ਉਹਨਾਂ ਨੂੰ ਸਹਾਰੇ ਦੀ ਲੋੜ ਹੈ। ਤੇ ਇਹੋ ਜਿਹੇ ਬਜ਼ੁਰਗਾਂ ਨੂੰ ਰੋਟੀ ਪਾਣੀ ਦੀ ਸੇਵਾ ਹੈ, ਪ੍ਰਸ਼ਾਦੇ ਪਾਣੀ ਦੀ ਸੇਵਾ ਹੈ, ਕੱਪੜੇ ਦੀ ਸੇਵਾ ਹੈ, ਉਹਨਾਂ ਦੇ ਘਰ ਵਿੱਚ ਉਹਨਾਂ ਨੂੰ ਸੰਭਾਲਣ ਦੀ ਲੋੜ ਹੈ। ਤਾਂ ਬਹੁਤ ਇਹੋ ਜਿਹੇ ਤਰੀਕੇ ਨੇ, ਬਹੁਤ ਇਹੋ ਜਿਹੇ ਜ਼ਰੀਏ ਨੇ ਜਿਨ੍ਹਾਂ ਨਾਲ ਅਸੀਂ ਸੇਵਾ ਕਰਕੇ ਇੱਕ ਸੱਚਮੁੱਚ ਮੈਂ ਤਾਂ ਸਮਝਦਾ ਕਿ ਕੋਈ ਕਰਕੇ ਦੇਖੇ, ਇਹਦੇ ਵਿੱਚ ਜਿੰਨਾ ਸਕੂਨ ਹੈ ਕਿਸੇ ਲੋੜਵੰਦ ਪਰਿਵਾਰ ਦੀ ਮਦਦ ਕਰਨ ਵਿੱਚ, ਉਹ ਸਕੂਨ ਸ਼ਾਇਦ ਅੱਜ ਦੇ ਸਮੇਂ 'ਚ ਅਸੀਂ ਧਾਰਮਿਕ ਅਡੰਬਰ ਜਿੰਨੇ ਮਰਜ਼ੀ ਕਰੀਏ, ਉਹ ਸਕੂਨ ਉਹਦੇ ਵਿੱਚ ਨਹੀਂ ਰਹਿ ਗਿਆ। ਬਿਲਕੁਲ ਜੀ, ਇਹ ਤਾਂ ਤੁਹਾਡਾ ਹੁਣ ਆਪਣਾ ਤਜਰਬਾ ਵੀ ਹੋਏਗਾ ਜਿਹੜਾ ਤੁਸੀਂ ਦਰਸ਼ਕਾਂ ਨਾਲ ਸਾਂਝਾ ਕਰ ਰਹੇ ਹੋ। ਸੱਚਮੁੱਚ ਉਹ ਸਕੂਨ ਹੈ, ਕਿਉਂਕਿ ਕਾਰਨ ਕੀ ਹੈ, ਸਾਡੇ ਜੇ ਸਿੱਖੀ ਦੇ ਸਿਧਾਂਤਾਂ ਦੀ ਅਸੀਂ ਗੱਲ ਕਰ ਲਈਏ ਤਾਂ ਜਿਹੜਾ ਪਰਮਾਤਮਾ ਉਹ ਖਲਕਤ ਵਿੱਚ ਹੀ ਵਾਸਾ ਕਰਦਾ, ਤੇ ਜੇ ਅਸੀਂ ਖਲਕਤ ਦੀਆਂ ਖੁਸ਼ੀਆਂ ਲੈ ਲਾਂਗੇ ਤਾਂ ਰੱਬ ਦੀ ਖੁਸ਼ੀ ਆਪਣੇ ਆਪ ਹੀ ਜਿਹੜੀ ਉਹ ਮਿਲ ਜਾਏਗੀ। ਸਿੱਖੀ ਸਿਧਾਂਤਾਂ ਦੀ ਗੱਲ ਦੇ ਹਿਸਾਬ ਨਾਲ ਮੈਂ ਗੱਲ ਨੂੰ ਵਧਾਵਾਂ ਕਿ ਗੁਰੂ ਸਾਹਿਬ ਦਾ ਜਿਵੇਂ ਹੁਕਮ ਹੈ ਕਿ ਮਾਨਸ ਕੀ ਜਾਤ ਸਭ ਇੱਕ ਕੀ ਪਹਿਚਾਨ। ਸਾਡੇ ਨੇੜੇ ਨਾ ਇੱਕ ਸ਼ਹਿਰ ਹੈ, ਪਹਿਲਾਂ ਉਹਦਾ ਨਾਂ ਸੀ ਮੁਸਤਫਾਬਾਦ, ਹੁਣ ਸਰਸਵਤੀ ਨਗਰ ਨਾਂ ਹੈ ਜੀ ਉਹਦਾ। ਤੇ ਉਸ ਸ਼ਹਿਰ ਦੇ ਵਿੱਚ ਇੱਕ ਪਰਿਵਾਰ ਮੇਰੀ ਨੋਟਿਸ 'ਚ ਲਿਆਇਆ ਗਿਆ ਕਿ ਵੀ ਤੁਸੀਂ ਇੱਕ ਵਾਰ ਵਿਜ਼ਿਟ ਕਰੋ। ਸਾਡੇ ਨੇੜੇ ਸੀ ਤੇ ਮੈਂ ਚਲਿਆ ਗਿਆ। ਉਹ ਪਰਿਵਾਰ ਜਿਵੇਂ ਹਿੰਦੂ ਧਰਮ ਦੇ ਵਿੱਚ ਹਿੰਦੂ ਭਰਾ ਵਾਲਮੀਕੀ ਸਮਾਜ ਦਾ ਸੀ ਉਹ ਪਰਿਵਾਰ ਜੀ। ਦੇਖੋ ਉਸ ਪਰਿਵਾਰ ਦੀ ਵਿਡੰਬਨਾ ਕਿ ਕਿਹੋ ਜਿਹੇ ਲੋਕ ਨੇ ਕਿ 4 ਉਹਨਾਂ ਦੇ ਆਪਣੇ ਬੱਚੇ, ਵਾਈਫ ਉਹਨਾਂ ਦੀ ਜਿਹੜੀ ਹੈ 80% ਹੈਂਡੀਕੈਪਟ, 2 ਲੱਤਾਂ ਉਹਨਾਂ ਦੀਆਂ ਨਹੀਂ ਚੱਲਦੀਆਂ ਜੀ, ਔਰ
ਉਸ ਬੀਬੀ ਦੇ ਸਕਾ ਭਰਾ ਭਰਜਾਈ ਜਿਹੜੇ ਨੇ ਉਹ ਪੂਰੇ ਹੋ ਗਏ ਤੇ ਉਹਨਾਂ ਦੀਆਂ 4 ਛੋਟੀਆਂ ਬੱਚੀਆਂ ਰਹਿ ਗਈਆਂ ਪਿੱਛੇ ਜੀ। ਉਸਨੇ ਆਪਣੇ ਹਸਬੰਡ ਨਾਲ ਸਲਾਹ ਕਰਕੇ ਔਰ ਇਹ ਵਿਚਾਰ ਕੀਤੀ ਵੀ ਇਹਨਾਂ ਬੱਚੀਆਂ ਨੂੰ ਆਪਾਂ ਗੋਦ ਲੈ ਲਈਏ, ਕਿਉਂਕਿ ਹੋਰ ਕੋਈ ਭੈਣ ਭਰਾ ਹੈ ਨਹੀਂ ਸੰਭਾਲਣ ਵਾਲਾ ਜੀ। 4 ਉਹ ਬੱਚੀਆਂ ਹੋ ਗਈਆਂ, 4 ਬੱਚੇ ਆਪਣੇ, 8 ਬੱਚੇ ਹੋ ਗਏ, 2 ਮੀਆਂ ਬੀਬੀ 10 ਹੋ ਗਏ। ਉਹਨਾਂ 8 ਬੱਚਿਆਂ 'ਚ 7 ਕੁੜੀਆਂ ਜੀ। ਔਰ ਤੁਸੀਂ ਅੰਦਾਜ਼ਾ ਕਰੋ ਕਿ ਇੱਕ ਪਰਿਵਾਰ 12 ਬਾਈ 12 ਦੇ ਇੱਕ ਕਮਰੇ ਦੇ ਵਿੱਚ, ਜਿਹਦੇ 'ਚ ਨਾ ਕੋਈ ਦਰਵਾਜ਼ਾ ਨਾ ਵਿੰਡੋ, ਇਹੋ ਜਿਹੇ ਹਾਲਾਤਾਂ 'ਚ 10 ਜੀ ਕਮਰੇ 'ਚ ਰਹਿ ਰਹੇ ਨੇ। ਸਵੇਰੇ ਉੱਥੇ ਹੀ ਉਹਨਾਂ ਨੇ ਫਿਰ ਖਾਣਾ ਬਣਾਉਣਾ ਹੈ, ਉੱਥੇ ਹੀ ਉਹਨਾਂ ਨੇ ਆਰਾਮ ਕਰਨਾ ਹੈ, ਆਇਆ ਗਿਆ ਵੀ ਉੱਥੇ ਹੀ ਹੈ। ਤੋ ਇਹੋ ਜਿਹੇ ਹਾਲਾਤਾਂ 'ਚ ਵੀ ਲੋਕ ਜ਼ਿੰਦਗੀ ਪਾਸ ਕਰ ਰਹੇ ਨੇ। ਔਰ ਐਸੇ ਵੀ ਲੋਕ ਨੇ, ਵੱਡੇ ਵੱਡੇ ਮਹਿਲ ਮਾੜੀਆਂ ਬਣੇ ਨੇ, ਰਹਿਣ ਵਾਲੇ ਵਿੱਚ 2 ਹੀ ਜੀ ਨੇ। ਬਿਲਕੁਲ ਜੀ, ਬਹੁਤ ਵਾਰੀ ਤਾਂ ਖਾਲੀ ਵੀ ਪਏ ਰਹਿੰਦੇ ਨੇ, ਆਪ ਕਿਸੇ ਦੂਸਰੇ ਦੇਸ਼ ਵਿੱਚ ਜਾ ਕੇ ਵਸਦੇ। ਉਸ ਘਰ ਦਾ ਇਸ ਵੇਲੇ ਹੁਣ 2 BHK ਸੈੱਟ, ਜਿਵੇਂ ਅਸੀਂ ਆਮ ਕਹਿ ਕੇ ਚੱਲਦੇ ਹਾਂ, ਉਹਨਾਂ ਦਾ ਤਿਆਰ ਹੈ ਜੀ। ਔਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਇੱਕ ਪਰਿਵਾਰ ਦੀ ਨਹੀਂ ਸੇਵਾ ਹੋਈ, ਉਸ ਘਰ ਦੀਆਂ 7 ਧੀਆਂ ਜਿਹੜੀਆਂ ਨੇ, ਹੁਣ ਉਹ ਵੱਡੀ ਬੇਟੀ ਦਾ ਉਹਨਾਂ ਦਾ ਰਿਸ਼ਤਾ ਹੋਇਆ ਬੱਚੀ ਦਾ, ਉਹ ਇੱਕ ਇੱਕ ਕਰਕੇ ਜਦੋਂ ਵਿਆਹ ਲੱਗਣਗੇ ਉਹਨਾਂ ਨੂੰ ਮੈਂ ਉਮੀਦ ਕਰਦਾ ਕਿ ਜਿਵੇਂ ਰਿਸ਼ਤਾ ਕਰਨ ਲੱਗਿਆ ਆਪਾਂ ਪਹਿਲਾਂ ਗੱਲ ਕੀਤੀ ਵੀ ਘਰ ਦੇਖਿਆ ਜਾਂਦਾ ਜੀ। ਸੁੱਖ ਦੁੱਖ ਜਿਹੜਾ ਹੈ ਆਫਟਰ ਮੈਰਿਜ, ਸੁੱਖ ਦੁੱਖ ਆਪਣੇ ਕਰਮਾਂ ਦਾ ਹੈ ਜੀ। ਲੇਕਿਨ ਫਿਰ ਵੀ ਉਹਨਾਂ ਨੂੰ ਐਟਲੀਸਟ ਰਿਸ਼ਤੇ ਤਾਂ ਚੰਗੇ ਘਰਾਂ ਦੇ ਆਉਣਗੇ ਨਾ ਜੀ। ਜੀ ਬਿਲਕੁਲ। ਉਹਨਾਂ ਬੱਚੀਆਂ ਦਾ ਫਿਊਚਰ ਸੰਵਰ ਗਿਆ। ਔਰ ਫਿਰ ਇੱਕ ਬੇਟਾ ਉਹਨਾਂ ਕੋਲ ਇਸ ਵੇਲੇ 16 ਸਾਲ ਦਾ ਹੈ। ਉਹ ਬੱਚਾ ਸਾਰੀ ਜ਼ਿੰਦਗੀ ਸੰਘਰਸ਼ ਕਰੇ ਤੇ ਤਾਂ 2 ਕਮਰੇ ਪਾਣੇ ਔਖੇ ਨੇ। ਅੱਜ ਉਸ ਨੂੰ ਮਿਡਲ ਕਲਾਸ ਲੈਵਲ ਦਾ ਇੱਕ ਚਲੋ ਸੰਗਤ ਦੇ ਸਹਿਯੋਗ ਨਾਲ 2 BHK ਸੈੱਟ ਬਣਿਆ ਮਿਲ ਗਿਆ। ਤੇ ਮੈਂ ਇਹ ਅਪੀਲ ਕਰਦਾ ਸੰਗਤ ਨੂੰ ਕਿ ਜਾਗੀ ਆਪਾਂ ਔਰ ਆਪਣੇ ਆਲੇ ਦੁਆਲੇ ਜਿਹੜੇ ਇਹੋ ਜਿਹੇ ਲੋੜਵੰਦ ਪਰਿਵਾਰ ਨੇ ਉਹਨਾਂ ਦੀ ਮਦਦ ਕਰੀਏ ਜੀ। ਬਾਬਾ ਜੀ, ਤੁਹਾਡੇ ਇਨ ਫਿਊਚਰ ਕੀ ਪਲਾਨ ਨੇ? ਚਲੋ ਘਰਾਂ ਦੀ ਸੇਵਾ ਤਾਂ ਤੁਸੀਂ ਕਰ ਹੀ ਰਹੇ ਹੋ, ਕਿ ਇਸੇ ਨੂੰ ਅੱਗੇ ਸੇਵਾ ਨੂੰ? ਹਾਂਜੀ, ਇਸੇ ਸੇਵਾ ਨੂੰ ਅਸੀਂ ਅੱਗੇ ਵਧਾਉਣਾ ਚਾਹਾਂਗੇ। 10 ਘਰ ਇਸ ਵੇਲੇ ਸਾਡੇ ਰਨਿੰਗ ਵਿੱਚ ਨੇ ਜੀ। ਇਹ ਮੁਕੰਮਲ ਹੁੰਦੇ ਨੇ ਤੇ ਫਿਰ ਅਸੀਂ ਅੱਗੇ ਜਿਹੜੀ ਸਾਡੀਆਂ ਲਿਸਟਾਂ ਆਲਰੇਡੀ ਬਣੀਆਂ ਹੋਈਆਂ ਨੇ ਜੀ, ਉਹਨਾਂ ਦੇ ਮੁਤਾਬਕ ਫਿਰ ਅੱਗੇ ਸੇਵਾਵਾਂ ਜਿਹੜੀਆਂ ਨੇ, ਕਿਉਂਕਿ ਇਸ ਤੋਂ ਵੱਡੀ ਤਾਂ ਹੁਣ ਕੋਈ ਸੇਵਾ ਹੀ ਨਹੀਂ ਨਾ ਜੀ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਜਦੋਂ ਕਿਸੇ ਪਰਿਵਾਰ ਨੂੰ ਪੱਕੀ ਛੱਤ ਦਿੰਦੇ ਹੋ ਤੇ ਇਸ ਤੋਂ ਵੱਡਾ ਕੋਈ ਪੁੰਨ ਨਹੀਂ ਹੈ ਜੀ। ਬਾਕੀ ਸੇਵਾਵਾਂ ਸਾਰੀਆਂ ਇਹਦੇ ਅੱਗੇ ਛੋਟੀਆਂ ਹੋ ਜਾਂਦੀਆਂ ਨੇ, ਹੈ ਨਾ ਜੀ। ਤੋ ਇਹੀ ਚੀਜ਼ ਨੂੰ ਅਸੀਂ ਅੱਗੇ ਜਾਰੀ ਰੱਖਣਾ ਚਾਹਾਂਗੇ ਜੀ। ਮੈਂ ਬੇਨਤੀ ਕਰਨਾ ਚਾਹਾਂਗਾ ਜਿਹੜਾ ਚੜ੍ਹਦੀ ਕਲਾ ਟਾਈਮ TV ਦੇ ਸਮੂਹ ਦਰਸ਼ਕਾਂ ਨੂੰ, ਵਰਲਡ ਵਾਈਡ ਜਿੱਥੇ ਵੀ ਕੋਈ ਬੈਠ ਕੇ ਸੁਣਦਾ ਪਿਆ, ਕਿ ਤੁਸੀਂ ਆਪਣੀ ਰਿਸ਼ਤੇਦਾਰੀ, ਆਪਣੇ ਪਰਿਵਾਰ ਵਿੱਚ ਔਰ ਆਪਣੇ ਆਲੇ ਦੁਆਲੇ ਜ਼ਰੂਰ ਝਾਂਤੀ ਮਾਰੋ। ਤੁਹਾਨੂੰ ਲੋੜਵੰਦ ਪਰਿਵਾਰ ਬਹੁਤ ਨਜ਼ਰ ਆਉਣਗੇ। ਉਹਨਾਂ ਦੀ ਮਦਦ ਕਰੋ, ਬੱਚਿਆਂ ਦੀ ਪੜ੍ਹਾਈ 'ਚ ਮਦਦ ਕਰ ਸਕਦੇ ਹੋ ਉਹਦੇ ਵਿੱਚ ਕਰੋ। ਕਿਸੇ ਦਾ ਘਰ ਕੋਈ ਬਣ ਸਕਦਾ ਹੈ, ਉਹ ਆਪਾਂ ਉਹਦੇ ਵਿੱਚ ਜ਼ਰੂਰ ਮਦਦ ਕਰੋ। ਔਰ ਮੈਂ ਆਪਣੇ ਜਿਹੜਾ ਇਹ ਮਿਸ਼ਨ ਅਸੀਂ ਆਰੰਭਿਆ ਗੁਰੂ ਕਿਰਪਾ ਨਿਵਾਸ ਦਾ, ਇਹਦੇ ਵਿੱਚ ਵੀ ਸਾਨੂੰ ਬਹੁਤ ਹੁੰਗਾਰਾ ਸੰਗਤ ਵੱਲੋਂ ਸ਼ੁਰੂ ਤੋਂ ਮਿਲਦਾ ਆਇਆ, ਹੁਣ ਵੀ ਜਾਰੀ ਹੈ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਬੇਨਤੀ ਸੰਗਤ ਨੂੰ ਕੀਤੀ ਸੀ ਕਿ ਵੱਧ ਚੜ੍ਹ ਕੇ ਸਾਥ ਦਿਓ। ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਨੇ ਵੀ ਹੁੰਗਾਰਾ ਦਿੱਤਾ। ਤੇ ਮੈਂ ਬੇਨਤੀ ਕਰਦਾ, ਆਓ ਆਪਾਂ ਰਲ ਮਿਲ ਕੇ ਆਪਣੀ ਕੌਮ ਦੀ ਦਸ਼ਾ ਤੇ ਦਿਸ਼ਾ ਨੂੰ ਸੁਧਾਰੀਏ। ਲੋੜਵੰਦ ਪਰਿਵਾਰਾਂ ਦੀ ਆਪਾਂ ਹਰ ਪੱਖ ਤੋਂ ਜਿਵੇਂ ਜਿਸ ਨੂੰ ਬਣਿਆ ਆਵੇ ਉੱਦਾਂ ਆਪਾਂ ਮਦਦ ਕਰੀਏ। ਇਹੀ ਮੈਂ ਬੇਨਤੀ ਸੰਗਤ ਦੇ ਅੱਗੇ ਕਰਾਂਗਾ ਜੀ। ਜੀ ਬਹੁਤ ਬਹੁਤ ਧੰਨਵਾਦ ਬਾਬਾ ਜੀ, ਤੁਸੀਂ ਸਾਡੇ ਸਟੂਡੀਓ ਵਿੱਚ ਆਏ। ਜੀ ਧੰਨਵਾਦ ਜੀ। ਤੇ ਬਿਲਕੁਲ ਜਿਹੜੀਆਂ ਤੁਸੀਂ ਸੇਵਾਵਾਂ ਨਿਭਾ ਰਹੇ ਹੋ, ਇਸੇ ਤਰ੍ਹਾਂ ਹੀ ਉਹਨਾਂ ਸੇਵਾਵਾਂ ਦੀਆਂ ਕੁਝ ਝਲਕੀਆਂ ਅਸੀਂ ਦਰਸ਼ਕਾਂ ਦੇ ਅੱਗੇ ਰੱਖੀਆਂ ਨੇ। ਸੇਵਾ ਦੇ ਕਾਰਜ ਜਿਹੜੇ ਨੇ ਨਿਰੰਤਰ ਤੁਸੀਂ ਇਸੇ ਤਰ੍ਹਾਂ ਕਰਦੇ ਰਹੋ। ਅਸੀਂ ਵੀ ਇਹੀ ਆਸ ਕਰਦੇ ਹਾਂ ਪ੍ਰੋਗਰਾਮ ਦੇ ਰਾਹੀਂ, ਅਸੀਂ ਦਰਸ਼ਕਾਂ ਤੋਂ ਵੀ ਇਹੀ ਆਸ ਕਰਾਂਗੇ ਕਿ ਅਸੀਂ ਵੀ ਇਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈਂਦੇ ਹੋਏ ਜਿਹੜਾ ਹੈ ਪਰਉਪਕਾਰ ਦੇ ਕਾਰਜਾਂ ਵੱਲ ਪ੍ਰੇਰਿਤ ਹੋਈਏ। ਸੋ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਸਾਡੇ ਸਟੂਡੀਓ ਵਿੱਚ ਆਉਣ ਦੇ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇਹ ਸਨ ਬਾਬਾ ਜਸਦੀਪ ਸਿੰਘ ਜੀ ਜਗਾਦਰੀ ਵਾਲੇ, ਜਿਨ੍ਹਾਂ ਨੇ ਕਿ ਗੁਰੂ ਕਿਰਪਾ ਨਿਵਾਸ ਸੇਵਾ ਦੇ ਰਾਹੀਂ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਦਾ ਬੀੜਾ ਚੁੱਕਿਆ ਹੈ। ਅਗਲੇ ਹਫਤੇ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਸ਼ਖਸੀਅਤ ਦੇ ਨਾਲ। ਤਦ ਤੱਕ ਲਈ ਮੈਨੂੰ ਮਨਦੀਪ ਕੌਰ ਖਾਲਸਾ ਨੂੰ ਦਿਓ ਆਗਿਆ। ਧੰਨਵਾਦ ਜੀ।